ओके नेक्स्ट जेड़ा टॉपिक आना अपने को टॉपिक हैगा बेटे एप्लीकेशन ऑफ applications of a resolution of a vector कोई दसेगा resolution of vector का मतलब की सेगा what do you mean by the term वेक्टर ਨੂੰ ਡਿਵਾਈਡ ਕਰਨਾ ਤਾਂ ਡਿਫਰੈਂਟ ਪਾਰਟਸ ਚ ਸਰ ਵੈਕਟਰ ਨੂੰ ਡਿਵਾਈਡ ਕਰਨਾ ਡਿਫਰੈਂਟ ਪਾਰਟਸ ਚ ਬਿਲਕੁਲ ਕਿਸੇ ਇੱਕ ਵੈਕਟਰ ਨੂੰ ਉਹਦੇ ਡਿਫਰੈਂਟ ਕੰਪੋਨੈਂਟ ਦੇ ਵਿੱਚ ਸਪਲਿਟ ਕਰਨ ਦਾ ਜਿਹੜਾ ਮੈਥਡ ਆ that method is called as a resolution ਤੇ ਬੱਚੇ ਉਹਨੇ ਕਿਹਾ ਕਿ ਵੀ ਰੈਜ਼ੋਲੂਸ਼ਨ ਦੇ ਕਨਸੈਪਟ ਨੂੰ ਆਪਾਂ ਕਿੱਥੇ ਅਪਲਾਈ ਕਰ ਸਕਦੇ ਤੇ ਉਹ ਚੋਂ ਇੱਕ ਸਿੰਪਲੀ ਆਪਣੇ ਕੋਲ ਐਗਜ਼ਾਮਪਲ ਦਿੱਤੀ ਕਹਿੰਦਾ walking of a man is an example of resolution of vector ਹੁਣ walking of man ਨੂੰ ਆਪਾਂ resolution ਦੇ example ਕਿੱਦਾਂ ਬਣਾਈਏ ਜੇ ਮੈਂ ਇਸ ਵੇਲੇ ਤੁਹਾਨੂੰ ਕਹਾਂ ਮੈਂ ਬਿਲਕੁਲ ਸਟ੍ਰੇਟ ਖੜਾ ਹਾਂ ਮੇਰਾ ਬਾਡੀ ਦਾ weight ਜਿਹੜਾ ਵਾ ਉਹ ਪੈਰਾਂ ਤੇ ਡਾਊਨਵਰਡ ਵਰਟੀਕਲ ਫਾਲ ਕਰ ਰਿਹਾ ਉਹਦੀ ਰਿਐਕਸ਼ਨ ਆਰ ਅਪਵਰਡ ਮੇਰੇ weight ਨਾਲ ਬੈਲੈਂਸ ਹੁੰਦੀ ਪਈ ਪਰ ਜਦੋਂ ਅਸੀਂ ਚੱਲਦੇ ਪਏ ਆ ਬੇਟਾ ਉਹ ਕਹਿੰਦਾ ਪੁੱਤ ਜਦੋਂ ਚੱਲਦੇ ਆ ਨਾ ਤੇ ਡਿਊਰਿੰਗ ਵਾਕਿੰਗ ਤੁਹਾਡੇ ਬਾਡੀ ਦਾ ਜਿਹੜਾ weight ਹੈਗਾ ਵਾ ਉਹਦੀ ਰਿਐਕਸ਼ਨਲ ਫੋਰਸ ਜਿਹੜੀ ਆਏਗੀ ਹਨਾ ਉਹ ਇਨਕਲਾਈਨਡ ਆਂਦੀ ਹੈ ਇਨਕਲਾਈਨਡ ਕਿਉਂ ਆਏਗੀ ਉਹਦਾ ਰੀਜ਼ਨ ਇਹਦਾ ਦਵਾਂਗਾ ਜਦੋਂ ਮੈਂ ਚੱਲਦਾ ਜਦੋਂ ਆਪਾਂ ਚੱਲਦੇ ਤੇ ਇੱਕ ਚੀਜ਼ ਨੋਟਿਸ ਚ ਲੈ ਕੇ ਆਵੋ ਆਪਾਂ ਜਦੋਂ ਚੱਲਦੇ ਆ ਆਪਾਂ ਪੈਰ ਜ਼ਮੀਨ ਤੇ ਘੜੀਸ ਕੇ ਨਹੀਂ ਚੱਲਦੇ ਸਲਾਈਡ ਕਰਕੇ ਨਹੀਂ ਚੱਲਦੇ ਅਸੀਂ ਹਮੇਸ਼ਾ ਆਪਣਾ ਜਿਹੜਾ ਅੱਗੇ ਆਪਣੇ ਪੈਰ ਦਾ ਜਿਹੜਾ ਫਰੰਟ ਪਾਰਟ ਆ ਜਾਂ ਉਹਨੂੰ ਜਾਂ ਜਿਹੜਾ ਬੈਕ ਪਾਰਟ ਆ ਉਹਨੂੰ ਆਪਾਂ ਅੱਡੀ ਨਾਲ ਜ਼ਮੀਨ ਪਹਿਲਾਂ ਦੱਬਦੇ ਹਾਂ ਯਾਨੀ ਜਦੋਂ ਤੁਸੀਂ ਤੁਰਦੇ ਹੋ ਠੀਕ ਹੈ ਜਿਹਦਾ ਕਹਿੰਦੇ ਮਾਰਚ ਪਾਸ ਕਰਦੇ ਹੁਣ ਜਿਹੜੇ ਬੱਚੇ ਹਨਾ ਤੇ ਜਦੋਂ ਮਾਰਚ ਪਾਸ ਕਰਦੇ ਆ ਉਹ ਅੱਡੀ ਨਾਲ ਜ਼ਮੀਨ ਨੂੰ ਕਹਿੰਦਾ ਜੀ ਦੱਬਦੇ ਇਹਦਾ ਮਤਲਬ ਆ ਤੁਹਾਡਾ ਪੈਰ ਜਿਹੜਾ ਗਰਾਊਂਡ ਤੇ ਨਾ ਉਹ ਐਸ ਸੱਚ ਹੌਰੀਜ਼ੌਂਟਲ ਯਾਨੀ ਫਲੈਟ ਨਹੀਂ ਰੱਖਿਆ ਜਾਂਦਾ ਠੀਕ ਹੈ ਅਸੀਂ ਪੈਰ ਨੂੰ ਇਹਦਾ ਜ਼ਮੀਨ ਤੇ ਘੜੀਸ ਕੇ ਨਹੀਂ ਤੁਰਦੇ ਜਿਹੜੀ ਸਾਡੀ ਨਾਰਮਲ ਵਾਕਿੰਗ ਆ ਉਹਦੇ ਚ ਅਸੀਂ ਐਸ ਸੱਚ ਕਹਿੰਦਾ ਜੀ ਆ ਜਿਹੜਾ ਫਰੰਟ ਪੋਰਸ਼ਨ ਆ ਇਹਦੇ ਨਾਲ ਠੀਕ ਹੈ ਆ ਜਿਹੜਾ ਆਪਣੇ ਕੋਲ ਟੋ ਵਾਲਾ ਅਗਲਾ ਪੋਰਸ਼ਨ ਜੋ ਵੀ ਆਏਗਾ ਆਂਦਾ ਉਹ ਨਾ ਜਾਂ ਜਿਹੜਾ ਆ ਬੈਕ ਸਾਈਡ ਆਪਣਾ ਪੋਰਸ਼ਨ ਆਂਦਾ ਇਹਦੇ ਨਾਲ ਤੁਸੀਂ ਐਸ ਸੱਚ ਗਰਾਊਂਡ ਨੂੰ ਜਦੋਂ ਇਨਕਲਾਈਨਡ ਡਾਇਰੈਕਸ਼ਨ ਚ ਪ੍ਰੈਸ ਕਰਦੇ ਤੇ ਗਰਾਊਂਡ ਇਹਦੀ ਇਨ ਟਰਨ ਜਿਹੜੀ ਰਿਐਕਸ਼ਨ ਆ ਉਹ ਇਨਕਲਾਈਨਡ ਤੁਹਾਨੂੰ ਸਪਲਾਈ ਕਰਦੀ ਹੈ ਕਿ ਇੰਨੀ ਗੱਲ ਪਹਿਲਾਂ ਸਮਝ ਲੱਗਦੀ ਪਈ ਯੈਸ ਸਰ ਇਸ ਚੀਜ਼ ਨੂੰ ਆਪਾਂ ਜੇ ਇਦਾਂ ਸ਼ੋ ਆਫ ਕਰੀਏ ਕਿ ਵੀ ਤੁਹਾਡੇ ਕੋਲ ਇਸ ਜਗ੍ਹਾ ਤੇ ਜਿਹੜੀ ਡਿਫਰੈਂਟ ਫੋਰਸਿਸ ਨੇ ਠੀਕ ਹੈ ਜਿਹੜਾ ਪਰਸਨ ਇਸ ਥਾਂ ਤੇ ਮੇਰੇ ਕੋਲ ਸਟੈਂਡਿੰਗ ਕੰਡੀਸ਼ਨ ਚ ਆ ਇਸ ਪਰਸਨ ਦਾ weight ਜਿਹੜਾ ਵਾ weight always acting vertically downward ਠੀਕ ਹੈ ਪਰ ਜਦੋਂ ਤੁਸੀਂ ਐਸ ਸੱਚ ਵਾਕ ਕਰਦੇ ਪਏ ਉਸ ਮੂਵਮੈਂਟ ਤੇ ਆ ਲਾਈਨ ਦੇ ਅਲੋਂਗ ਤੁਸੀਂ ਗਰਾਊਂਡ ਦੇ ਉੱਤੇ ਫੋਰਸ ਇਨਕਲਾਈਨਡ ਲਾਉਂਦੇ ਤੇ ਜਦੋਂ ਅਸੀਂ ਗਰਾਊਂਡ ਤੇ ਫੋਰਸ ਇਨਕਲਾਈਨਡ ਲਗਾਵਾਂਗੇ ਤੇ ਗਰਾਊਂਡ ਇਹਦੀ ਇਨ ਟਰਨ ਮੈਨੂੰ ਰਿਐਕਸ਼ਨਲ ਫੋਰਸ ਦਿੰਦੀ ਹੈ ਔਰ ਰਿਐਕਸ਼ਨਲ ਫੋਰਸ ਜਿਹੜੀ ਇਨਕਲਾਈਨਡ ਆਏਗੀ ਇਹਨੂੰ ਜੇ ਮੈਂ ਐਸ ਸੱਚ ਗਿਣਾ ਇਹ ਗਰਾਊਂਡ ਦੇ ਨਾਲ ਯਾਨੀ ਹੌਰੀਜ਼ੌਂਟਲ ਲਾਈਨ ਦੇ ਨਾਲ ਥੀਟਾ ਐਂਗਲ ਤੇ ਇਨਕਲਾਈਨਡ ਹੈ ਤੇ ਆਰ ਨੂੰ ਜੇ ਮੈਂ ਸਪਲਿਟ ਕਰ ਦਵਾਂ ਰੈਜ਼ੋਲੂਸ਼ਨ ਕਰ ਦਵਾਂ ਅਸੀਂ ਆਲਰੇਡੀ ਇਹ ਪੜਿਆ ਵੈਕਟਰ ਜਿਸ ਡਾਇਰੈਕਸ਼ਨ ਨਾਲ ਐਂਗਲ ਬਣਾਏਗਾ ਉਧਰ ਕਿਹੜਾ ਕੰਪੋਨੈਂਟ ਆਂਦਾ ਆਪਾਂ ਵੈਕਟਰ ਦੇ ਦੋ ਰੈਕਟੈਂਗੂਲਰ ਕੰਪੋਨੈਂਟ ਲਿਖਣੇ ਸਿੱਖੇ ਸੀ ਠੀਕ ਹੈ ਜੀ r cos θ ਇੱਕ r sin θ ਕਿੱਧਰ ਕਿਹੜਾ ਆਣਾ ਵਾ ਹਾਂਜੀ ਸਰ ਬੇਸ ਤੇ ਸਰ cos θ ਤੇ ਉੱਪਰਲੇ ਜੇ sin θ ਬਿਲਕੁਲ ਉਹ ਤੇ ਯਾਦ ਰੱਖਿਓ ਜੇ ਕਿਸੇ ਦੇ ਨਹੀਂ ਦਿਮਾਗ 'ਚ ਹੈਗਾ ਠੀਕ ਹੈ ਇੱਥੇ ਜਦੋਂ ਅਸੀਂ ਇਹਨਾਂ ਦੋ ਦਾ ਰਿਲੇਸ਼ਨ ਦੇਣਾ ਸਾਹਮਣੇ ਆ ਇੱਕ ਤਰ੍ਹਾਂ ਪਰਪੈਂਡੀਕੂਲਰ ਆ ਜਾਣਾ ਇਹ ਬੇਸ ਤੇ ਹਾਈਪੋਟੇਨਿਊਜ਼ ਦਾ ਰਿਲੇਸ਼ਨ ਆ ਬੇਸ ਤੇ ਹਾਈਪੋਟੇਨਿਊਜ਼ ਆਪਸ ਵਿੱਚ cos θ ਦੇ ਨਾਲ ਰਿਲੇਟ ਹੁੰਦੇ ਆ ਯੈਸ ਸਰ ਯੈਸ ਇਸ ਸਾਈਡ ਨੂੰ r cos θ ਤੇ ਅਪਵਰਡ ਡਾਇਰੈਕਸ਼ਨ ਚ ਮੇਰੇ ਕੋਲ ਜਿਹੜਾ ਕੰਪੋਨੈਂਟ ਆ r sin θ ਆ ਗਿਆ ਇਹਦਾ ਮਤਲਬ ਡਿਊਰਿੰਗ ਵਾਕਿੰਗ ਤੁਸੀਂ ਚੱਲਦੇ ਵੀ ਪਏ ਹੋ ਤੇ ਤੁਹਾਡਾ ਬਾਡੀ ਦਾ weight ਬੈਲੈਂਸ ਵੀ ਹੋ ਰਿਹਾ ਸੀ ਤੁਰਦੇ ਹੋਏ ਡਿੱਗਦੇ ਨਹੀਂ ਜੇ ਪਏ ਤੇ ਇਹਦਾ ਮਤਲਬ ਆ ਡਿਊਰਿੰਗ ਵਾਕਿੰਗ ਸਾਡੀ ਬਾਡੀ ਦਾ ਜਿਹੜਾ weight ਹੈਗਾ ਵਾ ਉਸ ਨੂੰ r sin θ ਜਿਹੜਾ ਵਾ ਇਹ ਬੈਲੈਂਸ ਕਰਦਾ ਪਿਆ ਤੇ ਇਸ ਰਿਐਕਸ਼ਨਲ ਫੋਰਸ ਦਾ ਇੱਕ ਕੰਪੋਨੈਂਟ r cos θ ਇਹ ਹੌਰੀਜ਼ੌਂਟਲ ਡਾਇਰੈਕਸ਼ਨ ਦੇ ਵਿੱਚ ਮੈਨੂੰ ਫਾਰਵਰਡ ਮੋਸ਼ਨ ਦਿੰਦਾ ਯਾਨੀ ਜੇ ਮੈਂ ਅੱਗੇ ਨੂੰ ਤੁਰਦਾ ਪਿਆ ਤੇ ਮੈਨੂੰ ਆਹ ਕੰਪੋਨੈਂਟ ਆ ਜਿਹੜਾ ਫਾਰਵਰਡ ਡਾਇਰੈਕਸ਼ਨ ਚ ਮੂਵ ਕਰਾ ਰਿਹਾ ਐਂਡ ਡਿਊਰਿੰਗ ਵਾਕਿੰਗ ਮੇਰੀ ਬਾਡੀ ਦਾ ਜਿਹੜਾ weight ਹੈਗਾ
है ना, ਉਹਨੂੰ ਇਸ r sin थीटा ने यानी r ਦੇ ਸੈਕਿੰਡ ਕੰਪੋਨੈਂਟ ਨੇ ਇਹਨੂੰ ਨਾਲੋਂ ਨਾਲ ਬੈਲੈਂਸ ਕਰਨਾ। क्या इन्नी गल समझ लगती पई? yes sir Yes, sir. क्या सारिਆਂ ਨੂੰ इन्नी गल क्लियर आ? yes sir ਉਹੀ ਦੋ ਬੱਚੇ ਰਿਸਪੌਂਡ ਬਾਰ-ਬਾਰ ਕਰਦੇ, ਕਿ ਬਾਕੀਆਂ ਨੂੰ ਕਲੀਅਰ ਹੈ ਸਾਰਿਆਂ ਨੂੰ? Yes, sir. Yes, sir. ਚਲੋ ਸੈਕਿੰਡ ਇਹਦੇ ਵਿੱਚ ਆਪਣੇ ਕੋਲ ਐਗਜ਼ਾਮਪਲ ਜਿਹੜੀ ਆ ਇੱਕ ਕੁਐਸਚਨ ਬਣ ਕੇ ਪੇਪਰ 'ਚ ਕਈ ਵਾਰੀ ਆਂਦਾ, ਕਹਿੰਦਾ ਜੀ why it is easy to pull than to push a roller। ਕੋਈ ਮੰਨ ਲਓ ਲਾਉਣ 'ਚ ਚਲਾਉਣ ਵਾਲਾ ਰੋਲਰ ਆ, ਹਨਾ, ਉਹਨੂੰ ਪੁੱਲ ਕਰਨਾ ਤੇ ਉਹਨੂੰ ਪੁਸ਼ ਕਰਨਾ। ਪੁੱਲ ਕਰਨਾ ਮਤਲਬ ਤੇ ਪੁਸ਼ ਕਰਨ ਦਾ ਮਤਲਬ ਕੀ ਹੋ ਗਿਆ? ਪੁੱਲ ਕਰਨਾ ਮੀਨ ਉਹਦਾ ਹੈਂਡਲ ਜਿਹੜਾ ਹੋਏਗਾ ਉਹਨੂੰ ਮੈਂ ਆਪਣੇ ਵੱਲ ਖਿੱਚਦਾ ਪਿਆ, ਪੁੱਲ ਕਰਦਾ ਪਿਆ। ਪੁਸ਼ ਕਰਨ ਦਾ ਮਤਲਬ ਉਹਨੂੰ ਮੈਂ ਗਰਾਊਂਡ ਵੱਲ ਨੂੰ ਕਹਿੰਦਾ ਜੀ ਡਾਊਨਵਰਡ ਫੋਰਸ ਲਗਾਉਣਾ ਪਿਆ। ਉਹ ਕਹਿੰਦਾ ਦੋਨਾਂ ਵਿੱਚੋਂ ਅਸੀਂ ਕਹਿੰਦੇ ਹਾਊ ਵੀ ਕੈਨ ਸੇ ਕਿ ਪੁੱਲ ਕਰਨਾ ਈਜ਼ੀ ਹੋਏਗਾ ਐਜ਼ ਕੰਪੇਅਰ ਟੂ ਦੈਟ ਦਾ ਪੁਸ਼ਿੰਗ ਦਾ ਰੋਲਰ। ਉਹ ਕਹਿੰਦਾ ਜੀ ਉਹਨੂੰ ਰੈਜ਼ੋਲੂਸ਼ਨ ਅਸੀਂ ਐਕਸਪਲੇਨ ਕਰਦੇ। क्वेश्चन ये हो गया, it is easy to pull than to push, it is easy to pull than to push a lawn roller। ठीक है, एक्सप्लेन। वो कहता भी इस चीज को एक्सप्लेन करो कि पुल करना इजी क्यों आ पुश करन दे नाल, जबकि फोर्स दोनों वाली सेम लगा रहे। ਤੇ ਅਸੀਂ ਉਹਨੂੰ ਇਦਾਂ ਡਿਫਾਈਨ ਕਰਦੇ ਕਿ ਜੇ ਆ ਮਤਲਬ ਮੇਰੇ ਕੋਲ ਐਸਾ ਚ ਰੋਲਰ ਹੋਏਗਾ, ਠੀਕ ਹੈ, ਐਂਡ ਰੋਲਰ ਇਜ਼ ਪਲੇਸਡ ਔਨ ਦਾ ਗਰਾਊਂਡ, ਠੀਕ ਹੈ, ਇਸ ਇਨਸਟੈਂਟ ਦੇ ਇਸ ਰੋਲਰ ਦਾ ਜਿਹੜਾ weight ਹੋਏਗਾ, ਇਹਦਾ ਜਿਹੜਾ weight ਹੋਏਗਾ, weight always acting vertically downward। ਇਸ ਰੋਲਰ ਦਾ weight ਜਿਹਨੂੰ ਕਿ mg ਲਿਖ ਸਕਦੇ, weight acting vertically downward, ਠੀਕ ਆ। ਤੇ ਜਿਹੜਾ ਆ ਰੋਲਰ ਦਾ ਹੈਂਡਲ ਹੈਗਾ, ਜਿਹੜਾ ਰੋਲਰ ਦਾ ਹੈਂਡਲ ਹੈਗਾ ਜਿੱਤੇ ਅਸੀਂ ਫੋਰਸ ਲਗਾਣੀ ਹੈ, ਜੇ ਮੈਂ ਇਹਨੂੰ ਪੁੱਲ ਕਰਦਾ ਪਿਆ, ਪੁੱਲ ਕਰਨ ਦਾ ਮਤਲਬ ਮੈਂ ਆਪਣੇ ਵੱਲ ਖਿੱਚਦਾ ਪਿਆ, ਇਹਦਾ ਮਤਲਬ ਫੋਰਸ ਜਿਹੜੀ ਉਹ ਇਨਕਲਾਈਨਡ ਮੇਰੇ ਕੋਲ ਜਿਹੜੀ ਆ ਇਸ ਡਾਇਰੈਕਸ਼ਨ 'ਚ ਫੋਰਸ ਲੱਗੇਗੀ F। ਹੁਣ ਇਹ ਫੋਰਸ ਗਰਾਊਂਡ ਵਾਲੀ ਲਾਈਨ ਦੇ ਨਾਲ ਜੇ ਮੈਂ ਆ ਇੱਕ ਇਮੇਜਿਨਰੀ ਲਾਈਨ ਗਰਾਊਂਡ ਦੇ ਪੈਰਲਲ ਲੈ ਲਵਾਂ ਤੇ ਬੇਟਾ F ਫੋਰਸ ਇਸ ਲਾਈਨ ਦੇ ਨਾਲ ਥੀਟਾ ਐਂਗਲ ਬਣਾਏਗੀ। yes ਤੇ ਜੇ ਮੈਂ F ਨੂੰ ਸਪਲਿਟ ਕਰਾਂ, F ਦਾ ਹੌਰੀਜ਼ੌਂਟਲ ਲਾਈਨ ਨਾਲ ਕੰਪੋਨੈਂਟ F cos θ ਆ ਜਾਣਾ, F ਦਾ ਅਪਵਰਡ ਕੰਪੋਨੈਂਟ ਜਿਹੜਾ ਵਾ ਉਹ F sin θ ਆ ਜਾਣਾ। क्या फिगर समझ आई? Yes, sir. Yes, sir. ਇਹ ਕੇਸ ਬਣਾਣੇ पे ਪੁੱਲ ਵਾਲਾ, ਤੇ ਜੇ ਪੁਸ਼ ਵਾਲਾ ਕੇਸ ਹੋਏਗਾ ਉਸ ਕੇਸ ਦੇ ਵਿੱਚ ਫਰਕ ਕਿੱਥੇ ਪੈਣਾ? ਜਦੋਂ ਐਸਾ ਚ ਰੋਲਰ ਦਾ weight vertically downward लाई करदा ਪਿਆ, ठीक है, और इस हैंडल ਤੇ ਜਿਹੜੀ ਫੋਰਸ ਆ ਤੁਸੀਂ ਉਹ ਡਾਊਨਵਰਡ ਲਗਾਣੇ ਪਏ, ਤੇ ਡਾਊਨਵਰਡ ਵਾਲੀ ਫੋਰਸ ਨੂੰ ਜੇ ਮੈਂ ਇਹਦੇ ਲਾਈਨ ਆਫ ਐਕਸ਼ਨ ਨੂੰ, ਲਾਈਨ ਆਫ ਐਕਸ਼ਨ ਮੀਨ ਇਸ ਫੋਰਸ ਵਾਲੀ ਲਾਈਨ ਨੂੰ ਅੱਗੇ ਤੱਕ ਐਕਸਟੈਂਡ ਕਰ ਲਵਾਂ, ਇਹਨੂੰ ਮੈਂ ਅੱਗੇ ਤੱਕ ਐਕਸਟੈਂਡ ਕਰ ਲਵਾਂ, ਤੇ ਇਸ ਫੋਰਸ ਨੇ ਐਸ ਸੱਚ ਇਸ ਹੌਰੀਜ਼ੌਂਟਲ ਲਾਈਨ ਦੇ ਨਾਲ ਕਿੱਥੇ ਐਂਗਲ ਥੀਟਾ ਬਣਾ ਦੇਣਾ। yes sir ਤੇ ਜੇ ਮੈਂ F ਦਾ ਕੰਪੋਨੈਂਟ ਲਵਾਂ ਇਸ ਡਾਇਰੈਕਸ਼ਨ 'ਚ, ਹੌਰੀਜ਼ੌਂਟਲ ਲਾਈਨ 'ਚ F ਦਾ ਕਿਹੜਾ ਕੰਪੋਨੈਂਟ ਆਜੂ? sir f cos theta बेटे क्या एक जना पढ़ता पिया कि बाकी भी पढ़न आए आ? बाकी जाने हैगे थे? Yes, sir. Yes, sir. सिर्फ रिस्पांसिबिलिटी चुकी हर क्वेश्चन दे आंसर विच बोलन दी, बाकी जाने भी रिस्पोंड कर लिया करो। हॉरिजॉन्टल लाइन पे केड़ा कंपोनेंट आएगा? F cos theta. Cos theta. F cos थीटा, इस डायरेक्शन से F cos थीटा, F sin थीटा कितने नु आएगा? अपवर्ड डाउनवर्ड कितने नु बनाऊंगा? डाउनवर्ड हाँ जी डाउनवर्ड डाउनवर्ड। और जिन्हों भुलेखा वा गल दिमाग च रखिए जो दसन लगे, जे आ मेरे को एक वेक्टर गिवन है A ते मैं इस वेक्टर दा इस लाइन दे अलोंग एक कंपोनेंट A cos थीटा लिखिया, ਤੇ ਮੈਂ ਇਹਦਾ ਦੂਜਾ ਕੰਪੋਨੈਂਟ ਜਿਹੜਾ ਦਿਖਾਣਾ ਵਾ A ਦਾ, ਉਹ ਪਹਿਲੇ ਤੇ ਪਰਪੈਂਡੀਕੂਲਰ ਆ, ਤੇ ਇਹਦਾ ਪਰਪੈਂਡੀਕੂਲਰ ਥੱਲੇ ਨੂੰ ਵੀ ਹੋ ਸਕਦਾ, ਇਹਦਾ ਪਰਪੈਂਡੀਕੂਲਰ ਉੱਪਰ ਨੂੰ ਵੀ। ਤੇ ਹਮੇਸ਼ਾ ਇਹ ਯਾਦ ਰੱਖਿਓ ਤੁਹਾਡਾ ਗਿਵਨ ਵੈਕਟਰ ਹਮੇਸ਼ਾ ਵਿੱਚ ਹੁੰਦਾ ਤੇ ਇਹਦੇ ਦੋਨੋਂ ਕੰਪੋਨੈਂਟ ਇਹਦੇ ਆਲੇ ਦੁਆਲੇ ਬਾਡੀ ਕਾਰਡ ਬਣ ਕੇ ਆਉਂਦੇ, ਯਾਨੀ ਇਸ ਲਾਈਨ ਦੇ ਅਲੋਂਗ ਇਹਦਾ ਸੈਕੰਡ ਕੰਪੋਨੈਂਟ ਨਹੀਂ ਆਏਗਾ। ਦੂਜੀ ਗੱਲ, ਆ ਵੈਕਟਰ ਦਾ ਐਰੋ ਆਊਟਵਰਡ ਨਿਕਲਦਾ ਪਿਆ, ਜੇ ਇਹਦਾ ਐਰੋ ਆਊਟਵਰਡ ਨਿਕਲ ਰਿਹਾ
ਤੇ ਜਿਹੜੇ ਇਹਦੇ ਦੋ ਕੰਪੋਨੈਂਟ ਬੰਨੇ ਆ ਉਹਨਾਂ ਦੇ ਐਰੋ ਵੀ ਆਊਟਵਰਡ ਬੰਨੇ ਆ। ਇੰਨੀ ਗੱਲ ਸਮਝ ਲੱਗਦੀ ਵੀ? Yes, sir. yes sir Yes, sir. ਇਹ ਕਨਸੈਪਟ ਆਪਣਾ ਇਸ ਪਾਰਟ ਦੇ ਅੰਦਰ ਵੀ ਲੱਗੇਗਾ। ਜੇ ਇੱਥੇ ਮੈਂ f ਨੂੰ ਲਵਾਂ, f ਮੇਰੇ ਕੋਲ ਡਾਊਨਵਰਡ ਜਾਂਦਾ ਪਿਆ, ਤੇ ਜੇ f ਡਾਊਨਵਰਡ ਜਾ ਰਿਹਾ ਤੇ f ਦਾ ਜਿਹੜਾ ਸੈਕੰਡ ਕੰਪੋਨੈਂਟ ਆ f sin ਥੀਟਾ ਉਹ ਇਧਰ ਨੂੰ ਡਾਊਨਵਰਡ ਲਾਈ ਕਰੂਗਾ। Yes, sir. ਹਾਂਜੀ sir ਹੁਣ Yes. ਦੋਨਾਂ ਕੇਸਿਸ ਦੇ ਅੰਦਰ ਇੱਕ ਚੀਜ਼ ਨੂੰ ਫਰਕ ਦੇਖੋ, ਜਦੋਂ ਰੋਲਰ ਮੈਂ ਪੁੱਲ ਕਰਾਂਗਾ ਆਪਣੇ ਵੱਲ, ਇਹ ਮਤਲਬ ਉਹ ਮੇਰੀ ਸਾਈਡ ਨੂੰ ਮੂਵ ਕਰਦਾ ਪਿਆ, ਜਦੋਂ ਮੈਂ ਪੁਸ਼ ਕਰਾਂਗਾ ਤੇ ਮੇਰੇ ਤੋਂ ਪਰੇ ਨੂੰ ਜਾਂਦਾ ਪਿਆ। ਇਹਦਾ ਮਤਲਬ ਇਸ ਡਾਇਰੈਕਸ਼ਨ ਚ ਰੋਲਰ ਜਦੋਂ ਮੇਰੀ ਸਾਈਡ ਵੱਲ ਆ ਰਿਹਾ, ਜਾਂ ਇਸ ਡਾਇਰੈਕਸ਼ਨ ਚ ਜਦੋਂ ਰੋਲਰ ਜਿਹੜਾ ਵਾ ਉਹ ਮੇਰੇ ਤੋਂ ਅਵੇ ਜਾਂਦਾ ਪਿਆ। ਦੋਨਾਂ ਕੇਸਿਸ ਦੇ ਅੰਦਰ ਜਿਹੜੀ ਹੌਰੀਜ਼ੌਂਟਲ ਫੋਰਸ ਆ ਹਨਾ, ਦੋਨਾਂ ਕੇਸ ਚ ਹੌਰੀਜ਼ੌਂਟਲ ਫੋਰਸ ਸੇਮ ਆ, ਯਾਨੀ f cos ਥੀਟਾ ਦੋਨਾਂ ਕੇਸ ਚ ਉਹਨੂੰ ਹੌਰੀਜ਼ੌਂਟਲ ਮੋਸ਼ਨ ਦਊਗਾ। ਪੁੱਲ ਕਰਨ ਤੇ 2 ਸੈਂਟੀਮੀਟਰ ਮੇਰੇ ਵੱਲ ਨੂੰ ਆਵੇ, ਪੁਸ਼ ਕਰਨ ਤੇ 2 ਸੈਂਟੀਮੀਟਰ ਮੇਰੇ ਤੋਂ ਪਰੇ ਵੱਲ ਨੂੰ ਜਾਵੇ। ਦੋਨਾਂ ਕੇਸਿਸ ਦੇ ਅੰਦਰ f cos ਥੀਟਾ ਜਿਹੜੀ ਉਹ ਫੋਰਸ ਸੇਮ, ਮਤਲਬ ਫੋਰਸ ਦਾ ਜਿਹੜਾ ਹੌਰੀਜ਼ੌਂਟਲ ਕੰਪੋਨੈਂਟ ਆ ਉਹਦਾ ਰੋਲ ਪੁੱਲ ਔਰ ਪੁਸ਼ ਦੋਨੋਂ ਵੇਲੇ ਸੇਮ। ਪਰ ਫਰਕ ਕਿੱਥੇ ਪਿਆ, ਜੇ ਮੰਨ ਲਓ ਰੋਲਰ ਦਾ weight, ਆਪਾਂ ਹੁਣ ਇੱਥੇ ਗੱਲ ਕਰਨ ਲੱਗੇ ਆ ਸਮਝਿਓ ਧਿਆਨ ਨਾਲ, ਜੇ ਮੈਂ ਰੋਲਰ ਦਾ weight ਅਸਿਊਮ ਕਰਾਂ 100 ਨਿਊਟਨ, ਜੇ ਰੋਲਰ ਦਾ weight 100 ਨਿਊਟਨ ਆ, ਇਸ ਕੇਸ ਦੇ ਵਿੱਚ 100 ਨਿਊਟਨ ਚੋਂ f sin ਥੀਟਾ ਮਾਈਨਸ ਹੁੰਦਾ ਪਿਆ। ਇਹਦਾ ਮਤਲਬ ਪੁੱਲ ਕਰਨ ਲੱਗੇ ਮੈਨੂੰ ਰੋਲਰ ਦੇ weight ਦੇ ਵਿੱਚੋਂ f sin ਥੀਟਾ ਫੋਰਸ ਮਾਈਨਸ ਹੋ ਜੂ। Yes, sir. Yes, sir. ਇਹਦਾ ਮਤਲਬ ਜਿਹੜਾ ਮੈਨੂੰ ਰੋਲਰ ਦਾ weight ਇਸ ਕੇਸ ਚ ਅਪੀਅਰ ਹੋਏਗਾ, ਇਹਨੂੰ ਅਸੀਂ ਇੱਕ ਵਰਡ ਲਿਖ ਦਿੰਦੇ ਹਾਂ ਇਫੈਕਟਿਵ weight ਆਫ ਰੋਲਰ। ਜਿਹੜਾ ਇਫੈਕਟਿਵ weight ਰੋਲਰ ਦਾ ਹੋਏਗਾ ਹਨਾ, ਇਸ ਕੇਸ ਦੇ ਅੰਦਰ ਮੈਨੂੰ ਰੋਲਰ ਦਾ weight w ਮਾਈਨਸ f sin ਥੀਟਾ ਅਪੀਅਰ ਹੋਏਗਾ। Yes, sir. sir Yes, sir. 100 ਨਿਊਟਨ ਦੀ ਚੀਜ਼ ਸੀਗੀ, ਜੇ f sin ਥੀਟਾ ਮੰਨ ਲਓ 10 ਨਿਊਟਨ ਨਿਕਲ ਕੇ ਆਵੇ ਤੇ ਇਹਦਾ ਮਤਲਬ ਆ ਰੋਲਰ ਦਾ weight ਮੈਨੂੰ ਪੁੱਲ ਕਰਨ ਲੱਗੇ, ਠੀਕ ਹੈ, 100 ਮਾਈਨਸ ਐਸ ਚ 10 ਨਿਊਟਨ ਯਾਨੀ 90 ਨਿਊਟਨ ਇਹਦਾ weight ਅਪੀਅਰ ਹੋਏਗਾ। Yes, Yes, sir. ਜਦ ਕਿ ਜੇ ਮੈਂ ਇਸ ਕੇਸ ਚ ਦੇਖਾਂ f sin ਥੀਟਾ ਤੇ weight ਕਹਿੰਦਾ ਜੀ both lies in same direction, ਤੇ ਜੇ ਇਹ ਦੋਨੋਂ ਚੀਜ਼ਾਂ ਸੇਮ ਡਾਇਰੈਕਸ਼ਨ ਚ ਆ, ਇਸ ਕੇਸ ਦੇ ਅੰਦਰ ਜਿਹੜਾ ਇਫੈਕਟਿਵ weight ਹੋਏਗਾ ਰੋਲਰ ਦਾ ਉਹ w plus f sin ਥੀਟਾ ਹੋ ਜੂ। Yes, sir. Yes, sir. Yes, sir. Yes. ਇਸ ਕੇਸ ਦੇ ਅੰਦਰ ਆਪਾਂ ਇਫੈਕਟਿਵ weight ਲਿਖੀਏ, ਇਸ ਕੇਸ ਦੇ ਅੰਦਰ ਇਫੈਕਟਿਵ weight w plus f sin ਥੀਟਾ। ਇਹਦਾ ਮਤਲਬ ਜਿਹੜੀ ਐਕਚੁਅਲ ਦੇ ਵਿੱਚ ਬਾਡੀ w ਨਿਊਟਨ ਦੀ ਸੀਗੀ, ਜਿਹੜੀ ਐਕਚੁਅਲ ਦੀ ਬਾਡੀ ਦਾ weight 100 ਨਿਊਟਨ ਸੀਗਾ, ਪੁੱਲ ਕਰਨ ਲੱਗੇ ਉਹ ਮੈਨੂੰ weight 90 ਨਿਊਟਨ ਫੀਲ ਹੋਇਆ, ਤੇ ਜਦ ਕਿ ਪੁਸ਼ ਕਰਨ ਲੱਗੇ ਉਹ weight ਮੈਨੂੰ 100 ਤੋਂ ਵੀ ਜ਼ਿਆਦਾ 110 ਨਿਊਟਨ ਫੀਲ ਹੋਇਆ। ਇਹਦਾ ਮਤਲਬ ਮੇਰੇ ਕੋਲ ਦੋਨਾਂ ਚੋਂ ਈਜ਼ੀ ਮੈਥਡ ਕਿਹੜਾ ਹੋਏਗਾ, ਪੁੱਲ ਕਰਨਾ ਕਿ ਪੁਸ਼ ਕਰਨਾ? pull ਕਰਨਾ Pull करना. तो ਜੇ ਤੁਹਾਡੇ ਪੇਪਰ ਦੇ ਅੰਦਰ ਇਹ 1 ਮਾਰਕ ਔਰ 2 ਮਾਰਕ ਦੇ ਅੰਦਰ ਕੁਐਸਚਨ ਆਂਦਾ, ਤੁਸੀਂ ਡਾਇਗਰਾਮ ਬਣਾ ਕੇ ਦੋਨਾਂ ਦੇ ਇਫੈਕਟਿਵ weight ਨੂੰ ਕੰਪੇਅਰ ਕਰਾ ਦੋਗੇ ਕਿ ਇਨ ਫਸਟ ਆਫ ਦਾ ਕੇਸਿਸ, ਇਨ ਕੇਸ ਆਫ ਪੁੱਲ, ਠੀਕ ਹੈ, ਇਫੈਕਟਿਵ weight is always to be lesser than actual weight of the roller, whereas ਕਹਿੰਦਾ ਜੀ ਇਨ ਕੇਸ ਆਫ ਪੁਸ਼, ਠੀਕ ਹੈ, ਇਫੈਕਟਿਵ weight is more than actual weight, ठीक है, that's why pulling is much easier as compared to that of the pushing the roller। क्या ये केस क्लियर है दोनों? Yes, sir. Yes, sir. ये च कोई डाउट है बेटा कि ना क्लियर है? Yes. yes sir Yes, sir. Clear, sir. इदां ही एक अपने कोल होर एग्जांपल ਆਪਾਂ ਕੰਸੀਡਰ ਕਰਨੀ ਹੋਵੇ ਤਾਂ ਮੈਂ ਪਹਿਲਾਂ ਵੀ ਦੱਸੀ ਸੀਗੀ, ਠੀਕ ਹੈ, ਉਹ ਸਿੰਪਲ ਐਗਜ਼ਾਮਪਲ ਆਪਾਂ ਵਰਕ ਡਨ ਦੇ ਲਿੱਤੀ ਸੀਗੀ। ਵਰਕ ਡਨ ਦੇ ਕੇਸ ਆਪਾਂ ਕਿਹਾ ਸੀਗਾ ਕਿ ਜੇ ਮੰਨ ਲਓ ਇਸ ਬਾਡੀ ਦੇ ਉੱਤੇ ਮੈਂ F ਨਿਊਟਨ ਫੋਰਸ ਲਗਾਈ ਤੇ ਇਸ ਬਾਡੀ ਨੂੰ ਮੈਂ A ਪੁਆਇੰਟ ਤੋਂ ਆ B ਪੁਆਇੰਟ ਤੱਕ ਡਿਸਪਲੇਸ ਕੀਤਾ, S ਮੀਟਰ ਮੈਂ ਬਾਡੀ ਦੀ ਡਿਸਪਲੇਸਮੈਂਟ ਕਰਾਈ। ਇਸ ਕੇਸ 'ਚ ਜੇ ਮੈਂ ਵਰਕ ਡਨ ਕੱਢਾਂ ਤੇ ਬਾਡੀ ਦਾ ਵਰਕ ਆ ਗਿਆ F S, ਜਿਹਨੇ ਅਸੀਂ ਸਿੰਪਲੀ ਕਹਿੰਦੇ ਫੋਰਸ ਇਨਟੂ ਡਿਸਪਲੇਸਮੈਂਟ, ਠੀਕ ਹੈ। ਹੁਣ ਇੱਥੇ ਇੱਕ ਹੋਰ ਵਰਡ ਬੋਲਾ ਦੇਤਾ ਕਹੂੰਗਾ, it is the product of displacement and the ਕਹਿੰਦਾ ਜੀ force which lies in the direction of displacement, ਯਾਨੀ ਇੱਥੇ ਉਹ ਫੋਰਸ ਲਿੱਤੀ ਜਾ ਰਹੀ ਆ ਜਿਹੜੀ ਡਿਸਪਲੇਸਮੈਂਟ ਦੀ ਡਾਇਰੈਕਸ਼ਨ 'ਚ। ਕਹਿੰਦਾ ਵੀ ਉਹਦਾ ਮਤਲਬ ਕੀ ਹੋਇਆ, ਉਹਨੂੰ ਸਮਝਣ ਵਾਸਤੇ ਆਪਾਂ ਐਗਜ਼ਾਮਪਲ ਇਦਾਂ ਬਣਾਤੀ ਕਿ ਜੇ ਇਸੇ ਬਲੌਕ ਦੇ ਉੱਤੇ A ਮੈਂ ਪੁਆਇੰਟ ਤੇ
फोर्स F न्यूटन लगाई और बॉडी मेरी किसी B पॉइंट तक शिफ्ट हुई है, बॉडी किसी B पॉइंट तक शिफ्ट हुई है ਤੇ ਬੇਟੇ ਜੇ ਇਸ ਕੇਸ ਦੇ ਅੰਦਰ ਮੈਂ F ਫੋਰਸ ਐਂਗਲ ਤੇ ਲਗਾ ਰਿਹਾ ਗਰਾਊਂਡ ਦੇ ਨਾਲ ਤੇ ਕਿਆ F ਦੀ F ਫੋਰਸ ਬॉडी ਨੂੰ ਡਿਸਪਲੇਸ ਕਰੂਗੀ? Yes, sir. Yes, sir. ਇਹ ਆ 10 ਨਿਊਟਨ ਫੋਰਸ ਜਿਹੜੀ ਸੀਗੀ ਇਹ ਬੋਡੀ ਨੂੰ ਡਿਸਪਲੇਸ ਕਰਦੀ ਪਈ ਸੀ ਅੱਗੇ। ਕਿਆ ਇਸ ਕੇਸ ਦੇ ਅੰਦਰ ਵੀ ਠੀਕ ਹੈ ਜੇ ਮੈਂ ਐਸ ਐਚ ਮੰਨ ਲਓ 60 ਡਿਗਰੀ ਐਂਗਲ ਤੇ F ਫੋਰਸ ਯਾਨੀ 10 ਨਿਊਟਨ ਫੋਰਸ ਫੇ ਲਾਵਾਂ, ਕਿਆ ਹੁਣ ਜਿਹੜੀ 10 ਨਿਊਟਨ ਆ ਉਹ ਬੋਡੀ ਨੂੰ ਸਾਰੇ ਦੀ ਸਾਰੀ ਫੋਰਸ ਡਿਸਪਲੇਸ ਕਰਨ ਚ ਹੈਲਪਫੁਲ ਹੋਏਗੀ? No, Sir, sir. ਘੱਟ No, ਘੱਟ sir. ਹੋਊਗੀ ਥੋੜੀ। ਅਸੀਂ ਕਿਹਾ ਸੀ F ਨੂੰ ਸਪਲਿਟ ਕਰ ਦਿਓ, F ਦਾ ਇਧਰ ਕੰਪੋਨੈਂਟ ਆ ਜਾਊ F cos ਥੀਟਾ, ਅਪਵਰਡ ਕੰਪੋਨੈਂਟ ਆ ਜਾਏਗਾ F sin ਥੀਟਾ। ਕਲੀਅਰ ਹੈ ਨੀ ਗੱਲ? Yes, sir. Yes, sir. स्नेहा एक चैतन्य एक बारी स्क्रीनशॉट ले अटेंडेंस दा जेड़ा जेड़ा एब्सेंट है मेनू लिख के भेज दो बाद चों। हां जी इस मूवमेंट ते जे मैं इथे वर्क डन दा फार्मूला फिर लिखां ते ਆਪਾਂ वर्क डन दे फार्मूला में की बोलिया सी की ਹੁੰਦਾ बोलो कोई है ना वर्क डन का दे बराबर F cos theta. हां जी बोलो कोई है ना वर्क डन का दे बराबर सर पर इसमें फोर्स सर वो वाली लेंगे हम अंडर रूट ए स्क्वायर प्लस बी स्क्वायर cos थीटा वाली। वो थोड़ा पहले है ਆਪਾਂ ਤੇ ਸਿਰਫ ਇਸ ਵੇਲੇ ਇੱਕ ਸਿੰਪਲ ਜਿਹਾ ਕਨਸੈਪਟ ਲਿੱਤਾ ਕਿ ਵੀ ਵਰਕ ਡਨ ਕਾਦੇ ਬਰਾਬਰ ਤੇ ਮੈਂ ਵਰਕ ਡਨ ਦੀ ਹੁਣੀ ਇੱਕ ਡੈਫੀਨੇਸ਼ਨ ਬੋਲਿਆ ਸੀ ਇਟ ਇਜ਼ ਦਾ ਪ੍ਰੋਡਕਟ ਆਫ displacement and the force which lies in the direction of displacement ਇਹਨੇ ਡਿਸਪਲੇਸਮੈਂਟ ਨੂੰ ਮਲਟੀਪਲਾਈ ਕਿੰਨਾ ਕਰੋ ਫੋਰਸ ਨੇ ਕਹਿੰਦਾ ਜੀ ਉਸ ਫੋਰਸ ਨਾਲ ਜਿਹੜੀ ਡਿਸਪਲੇਸਮੈਂਟ ਦੀ ਡਾਇਰੈਕਸ਼ਨ ਚ ਆ ਕਿਆ ਮੇਰੀ F ਫੋਰਸ ਜਿਹੜੀ ਆ ਇਹ ਡਿਸਪਲੇਸਮੈਂਟ ਦੀ ਡਾਇਰੈਕਸ਼ਨ ਚ ਹੈਗੀ ਆ ਹਾਂਜੀ F cos theta होगा। ਉਹ ਨਲੈਕੋ F ਫੋਰਸ ਜਿਹੜੀ ਆ ਇਹ S ਦੀ ਡਾਇਰੈਕਸ਼ਨ ਚ ਹੈਗੀ ਆ ਕਿ ਨਹੀਂ No, sir. No, No, sir. sir. F cos theta. F cos theta ਹੈ ਸਰ। F is cos theta. ਆਪਣੀ ਫੋਰਸ ਦਾ ਇੱਕ ਕੰਪੋਨੈਂਟ ਸਿਰਫ F cos theta that will be in the direction of displacement ਇਹਦਾ ਮਤਲਬ ਆ ਜੇ ਮੈਂ ਇਸ ਵਰਕ ਡਨ ਦੇ ਕਨਸੈਪਟ ਨੂੰ ਸਮਝਣਾ ਹਨਾ ਤੇ ਮੈਨੂੰ ਇਸ ਮੂਵਮੈਂਟ ਤੇ F ਫੋਰਸ ਰਿਕੁਆਇਰਡ ਨਹੀਂ ਹੈਗੀ ਮੈਨੂੰ ਜਿਹੜੀ ਫੋਰਸ ਚਾਹੀਦੀ ਆ ਉਹ F cos theta into SI ਯਾਨੀ ਇਸ ਕੇਸ ਆਪਣਾ ਵਰਕ ਡਨ ਦਾ ਆ ਫਾਰਮੂਲਾ ਹੋਵੇਗਾ क्या ਇਹ ਗੱਲ ਕਲੀਅਰ ਆ Yes. Yes, Yes, sir. sir. इस केस से वर्क डन जे कैलकुलेट करना तो we depend upon the component of force है ना which lies in the direction of displacement that's why ਅਸੀਂ word use ਕਰਦੇ ਪਏ ਕਿ ਤੁਸੀਂ ਆਪਣੇ given vector ਨੂੰ split ਕਰ ਦਿੰਦੇ ਹੋ split ਕਰਕੇ ਉਹਦੇ ਦੋ ਕੰਪੋਨੈਂਟ ਬਣਾ ਦਿੰਦੇ ਹੋ ਹੁਣ ਲਾਸਟ ਇੱਕ ਵਰਡ ਉਹਦਾ ਜੋੜਨ ਲੱਗਿਆ ਜੇ ਵੈਕਟਰ ਹੌਰੀਜ਼ੌਂਟਲ ਹੋਵੇ ਜੇ ਵੈਕਟਰ ਹੌਰੀਜ਼ੌਂਟਲ ਹੋਵੇ ਤੇ ਨਾਰਮਲੀ ਅਸੀਂ ਹੌਰੀਜ਼ੌਂਟਲ ਵੈਕਟਰ ਨਹੀਂ ਸਪਲਿਟ ਕਰਦੇ ਕਰਨ ਨੂੰ ਕਰ ਸਕਦੇ ਆ ਇਹ ਨਹੀਂ ਕਹਾਂਗੇ ਨਹੀਂ ਕਰ ਸਕਦੇ ਕਰ ਸਕਦੇ ਆ ਪਰ ਆਪਣੇ ਮੋਸਟ ਆਫ ਦਾ ਕੇਸਿਸ ਦੇ ਅੰਦਰ ਅਸੀਂ ਹੌਰੀਜ਼ੌਂਟਲ ਵੈਕਟਰ ਦੀ ਸਪਲਿਟਿੰਗ ਨਹੀਂ ਕਰਦੇ ਠੀਕ ਹੈ ਜਿਹੜਾ ਮੇਰਾ ਵਰਟੀਕਲ ਵੈਕਟਰ ਹੋਏਗਾ ਇਹਦੀ ਵੀ ਸਪਲਿਟਿੰਗ ਨਹੀਂ ਕਰਦੇ ਸਪਲਿਟਿੰਗ ਹਮੇਸ਼ਾ ਅਸੀਂ ਕਿਹਦੀ ਕਰ ਦਿੰਦੇ ਜਿਹੜਾ ਵੈਕਟਰ ਮੇਰਾ ਇਨਕਲਾਈਨਡ ਆ ਗਿਆ ਜਿਹੜਾ ਵੈਕਟਰ ਮੇਰੇ ਕੋਲ ਇਨਕਲਾਈਨਡ ਆਏਗਾ ਹਮੇਸ਼ਾ ਇਨਕਲਾਈਨਡ ਵੈਕਟਰ ਨੂੰ ਸਪਲਿਟ ਕਰਕੇ ਉਹਦਾ ਹੌਰੀਜ਼ੌਂਟਲ ਤੇ ਉਹਦਾ ਵਰਟੀਕਲ ਕੰਪੋਨੈਂਟ ਅਸੀਂ ਰੀਰਾਈਟ ਕਰਦੇ ਹਾਂ ਕੀ ਆ ਗੱਲ ਸਮਝ ਲੱਗੀ Yes, sir. Yes, sir. Yes. ਹਾਂਜੀ ਸਰ। Yes, sir. ਜੇ ਇਹ ਐਗਜ਼ਾਮਪਲ ਜਿਹੜੀਆਂ ਦੱਸਦਾ ਪਿਆ ਇਹ ਕਲੀਅਰ ਹੈ ਤਾਂ ਮੈਨੂੰ ਬੋਲੋ ਜੇ ਕੋਈ ਡਾਊਟ ਹੈ ਤਾਂ ਇੱਕ ਵਾਰੀ ਪਹਿਲਾਂ ਪੁੱਛੋ ਫਿਰ ਅੱਗੇ ਨੂੰ ਕੰਟੀਨਿਊ ਕਰਾਂ Clear, sir. Yes, sir. Clear. Clear, sir. Yes. ਚਲੋ ਸੋ ਇਹ ਆਪਣੇ ਕੋਲ ਟੌਪਿਕ ਸੀਗਾ ਰੈਜ਼ੋਲੂਸ਼ਨ ਆਫ ਵੈਕਟਰ ਓਕੇ ਜੀ Yes, sir. Yes, sir. ਹੁਣ ਮੈਂ ਹੁਣ ਤੁਹਾਨੂੰ ਨੂਮੈਰੀਕਲ ਜਿਹੜੇ ਨੇ ਉਹ ਕਰਾ ਦਾਂ